Hello dear students, welcome back to my YouTube channel. So let's discuss next topic of Unit 8 which is structure of nucleus. So बच्चे structure of nucleus ਦੇ ਵਿੱਚ बहुत छोटे छोटे topics है जो कि ਤੁਹਾਡੇ एग्जाम ਦੇ ਵਿੱਚ 1 या 2 मार्क्स ਦੇ क्वेश्चन पूछे जा सकते हैं. So बच्चे isotope, isobar, isotones these are the most important definitions जो कि ਤੁਹਾਡੇ एग्जाम ਦੇ ਵਿੱਚ बच्चे MCQs ਦੀ ਫਾਰਮ ਦੇ ਵਿੱਚ ਜਾਂ ਫਿਲਿੰਗ ਦ ਬਲੈਂਕ ਦੀ ਫਾਰਮ ਦੇ ਵਿੱਚ 1 ਮਾਰਕਸ 2 ਮਾਰਕਸ ਦੀ ਫਾਰਮ ਦੇ ਵਿੱਚ ਜਿਹੜਾ ਇਹ ਕੁਐਸਚਨ ਆ ਮੋਸਟ ਪ੍ਰੋਬੇਬਲੀ ਪੁੱਛ ਲਿਆ ਜਾਂਦਾ ਹੈ. ਸੋ ਸਭ ਤੋਂ ਪਹਿਲਾਂ ਬੱਚੇ ਅਸੀਂ ਡਿਸਕਸ ਕਰਦੇ ਹਾਂ ਆਈਸੋਟੋਪਸ ਦੇ ਬਾਰੇ. The atoms of an element which has the same atomic number ਜਿਨ੍ਹਾਂ ਦਾ atomic number same ਹੋਵੇ. For example ਜਿੱਦਾਂ ਬੱਚੇ ਤੁਸੀਂ ਡਾਇਗਰਾਮ ਦੇ ਅੰਦਰ ਦੇਖ ਰਹੇ ਹਾਂ ਅਸੀਂ ਹਾਈਡਰੋਜਨ ਲਿੱਤਾ, ਠੀਕ ਹੈ, ਹਾਈਡਰੋਜਨ ਲਿੱਤਾ, ਹਾਈਡਰੋਜਨ ਦੇ 3 ਆਈਸੋਟੋਪਸ ਆ. 3 isotopes means ਉਹਨਾਂ ਦਾ atomic number same ਆ, atomic number 1 ਹੀ ਆ but have different mass number, but ਉਹਨਾਂ ਦਾ mass number ਜੋ different ਹੈ. For example first ਦੇਖ ਰਹੇ ਹਾਂ atomic number 1 ਹੈ but mass number 1 ਹੈ. then deuterium ਆ ਉਹਦਾ atomic number ਜਿਹੜਾ 1 ਹੈ but mass number ਜੋ ਆ 2 ਹੈ. similarly third type ਹੈ, ਠੀਕ ਹੈ ਜੀ. ਸੋ ਇੱਦਾਂ ਦੀਆਂ ਬੱਚੇ ਬਹੁਤ ਸਾਰੀਆਂ examples ਆ like oxygen ਹੈ, Cl, Pb, lead ਆ, ਠੀਕ ਹੈ. ਸੋ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ 2 ਐਗਜ਼ਾਮਪਲਸ ਅੱਛੀ ਤਰੀਕੇ ਨਾਲ ਲਰਨ ਕਰ ਲੈਣਾ. ਸਮ ਟਾਈਮ ਐਗਜ਼ਾਮ ਦੇ ਵਿੱਚ ਸਿਰਫ ਜਿਹੜੀ ਆ ਐਗਜ਼ਾਮਪਲਸ ਪੁੱਛ ਲੀਆਂ ਜਾਂਦੀਆਂ ਕਿ ਰਾਈਟ ਐਨੀ 2 ਐਗਜ਼ਾਮਪਲਸ ਆਫ ਆਈਸੋਟੋਪ. ਸੋ ਤੁਸੀਂ ਆਈਸੋਟੋਪਸ ਦੀਆਂ ਕੋਈ ਵੀ 2 ਐਗਜ਼ਾਮਪਲਸ ਜਿਹੜੀਆਂ ਲਿਖ ਸਕਦੇ ਆ. ਇਸ ਤੋਂ ਇਲਾਵਾ ਵੀ ਬੱਚੇ ਬਹੁਤ ਸਾਰੀਆਂ ਹੋਰ ਐਗਜ਼ਾਮਪਲਸ ਆ, ਤੁਸੀਂ ਕੋਈ ਵੀ ਐਗਜ਼ਾਮਪਲ ਜਿਹੜੀ ਆ ਲਿਖ ਸਕਦੇ ਆ. ਨੈਕਸਟ ਆ ਜਾਓ ਹੁਣ ਆਈਸੋਟੋਨਸ ਤੇ. ਆਈਸੋਟੋਨਸ ਕੀ ਚੀਜ਼ ਆ? ਦ ਐਟਮਸ whose nucleus has the same number of nucleons ਜਿਨ੍ਹਾਂ ਦੇ ਵਿੱਚ ਨਿਊਕਲੀਓਨਸ ਸੇਮ ਹੋਣ, ਠੀਕ ਹੈ, ਜਿਨ੍ਹਾਂ ਦੇ ਵਿੱਚ ਨੰਬਰ ਆਫ ਨਿਊਕਲੀਓਨਸ ਕੀ ਹੋਣ, ਸੇਮ ਹੋਣ, ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ? ਆਈਸੋਟੋਨਸ. ਸੋ ਆਈਸੋਟੋਨਸ ਦੀਆਂ ਵੀ ਬੱਚੇ ਬਹੁਤ ਸਾਰੀਆਂ ਐਗਜ਼ਾਮਪਲਸ ਆ. two nuclide are isotones if they have the same nucleon number ਮਤਲਬ n ਸੇਮ ਹੋਵੇ ਬਟ ਡਿਫਰੈਂਟ ਪ੍ਰੋਟੋਨ ਨੰਬਰ z ਜਿਹੜਾ ਆ ਉਹ ਡਿਫਰੈਂਟ ਹੋਣ. ਫॉर एग्जांपल ਜਿੱਦਾਂ ਬੱਚੇ ਬੋਰੋਨ ਐਂਡ ਕਾਰਬਨ ਹੈ, ਠੀਕ ਹੈ, ਦੋਨਾਂ ਦੇ ਵਿਚਕਾਰ ਕੀ ਆ? 7 ਨਿਊਕਲੀਓਨਸ ਆ. ਸੋ ਅਸੀਂ ਇਹਨਾਂ ਨੂੰ ਆਈਸੋਟੋਨਸ ਬੋਲ ਦਿੰਦੇ ਹਾਂ ਕਿਉਂਕਿ 7 ਨਿਊਕਲੀਅਸ ਜਿਹੜੇ ਉਹਨਾਂ ਦੇ ਨਿਊਟਰੋਨਸ ਆ ਉਹ ਜਿਹੜੇ ਆ ਸੇਮ ਆ. ਸਿਮਿਲਰਲੀ ਬੱਚੇ ਨੈਕਸਟ ਐਗਜ਼ਾਮਪਲਸ ਜਿਹੜੀਆਂ ਆ ਗਿਵਨ ਆ, ਤੁਸੀਂ ਕੋਈ ਵੀ ਐਗਜ਼ਾਮਪਲ ਜਿਹੜੀ ਆ ਲਿਖ ਕੇ ਆ ਸਕਦੇ ਆ. ਸੋ ਨੈਕਸਟ ਐਗਜ਼ਾਮਪਲ ਦੇਖੋ ਰਾਜੇ, ਇਹਦੇ ਅੰਦਰ ਕੀ ਆ? ਇੱਕ x ਆਈਸੋਟੋਪ ਲਿੱਤਾ, ਇੱਕ y ਆਈਸੋਟੋਪ ਲਿੱਤਾ, ਦੋਨਾਂ ਦਾ ਅਟੋਮਿਕ ਨੰਬਰ ਡਿਫਰੈਂਟ ਆ. ਇੱਕ ਅਟੋਮਿਕ ਨੰਬਰ ਕਿੰਨਾ ਆ? 131, ਦੂਸਰਾ ਕਿੰਨਾ ਆ? 127. ਬਟ ਇਹਦੇ ਵਿੱਚ ਵੀ ਬੱਚੇ ਨਿਊਟਰੋਨਸ ਜਿਹੜੇ ਆ 53 ਆ ਔਰ y ਦੇ ਵਿੱਚ ਵੀ ਨਿਊਟਰੋਨਸ ਜਿਹੜੇ ਆ 53 ਆ. z ਦੋਨਾਂ ਦਾ ਡਿਫਰੈਂਟ ਆ, ਮਤਲਬ z ਡਿਫਰੈਂਟ ਆ ਬਟ n ਜਿਹੜਾ ਦੋਨਾਂ ਦਾ ਸੇਮ ਆ. ਸੋ ਇੱਦਾਂ ਦੇ ਬੱਚੇ ਜੋ ਐਲੀਮੈਂਟਸ ਹੁੰਦੇ, ਜੋ ਇੱਦਾਂ ਦੇ ਜੋ ਐਟਮਸ ਆ ਉਹਨਾਂ ਨੂੰ ਅਸੀਂ ਕੀ ਬੋਲ ਦਿੰਦੇ ਆ? ਆਈਸੋਟੋਨਸ. ਕਲੀਅਰ ਹੋ ਗਿਆ ਜੀ. ਨੈਕਸਟ ਆ ਜੋ ਆਈਸੋਬਾਰ. ਹੁਣ ਆਈਸੋਬਾਰ ਕੀ ਚੀਜ਼ ਆ? ਦ ਐਟਮ ਵਿਚ ਹੈਜ਼ ਅ ਸੇਮ ਮਾਸ ਨੰਬਰ, ਜਿਨ੍ਹਾਂ ਦਾ ਮਾਸ ਨੰਬਰ ਸੇਮ ਹੋਵੇ ਬਟ ਡਿਫਰੈਂਟ ਅਟੋਮਿਕ ਨੰਬਰ. ਅਟੋਮਿਕ ਨੰਬਰ ਡਿਫਰੈਂਟ ਆ. ਹੁਣ ਮਾਸ ਨੰਬਰ ਕੀ ਆ ਬੱਚੇ? ਇਹਦੀ ਪਾਵਰਸ ਦੇਖੋ, ਹਾਈਡਰੋਜਨ ਔਰ ਹੀਲੀਅਮ ਇਹਨਾਂ ਦਾ ਮਾਸ ਨੰਬਰ ਸੇਮ ਆ ਬਟ ਅਟੋਮਿਕ ਨੰਬਰ ਦੋਨਾਂ ਦਾ ਡਿਫਰੈਂਟ ਹੈ. ਸਿਮਿਲਰਲੀ ਲੀਥੀਅਮ ਐਂਡ ਬ੍ਰਿਲੀਅਮ ਆ, ਸੋ ਇਹਨਾਂ ਦੇ ਵੀ 7 ਜਿਹੜਾ ਆ ਮਾਸ ਨੰਬਰ ਸੇਮ ਆ ਬਟ ਅਟੋਮਿਕ ਨੰਬਰ ਡਿਫਰੈਂਟ ਆ. ਸੋ ਆਰਸੈਨਿਕ ਆ, ਠੀਕ ਹੈ, Ca. ਸੋ ਅਲੱਗ ਜਿਹੜੇ ਐਲੀਮੈਂਟਸ ਆ ਬੱਚੇ, ਜਿੱਦਾਂ 4 ਐਗਜ਼ਾਮਪਲਸ ਦਿੱਤੀਆਂ, ਤੁਸੀਂ ਕੋਈ 2 ਐਗਜ਼ਾਮਪਲਸ ਵੀ ਅੱਛੀ ਤਰੀਕੇ ਨਾਲ ਲਰਨ ਕਰ ਲੈਣੇ ਆ ਤਾਂ ਚੱਲੇਗਾ, ਠੀਕ ਹੈ ਜੀ. ਸੋ ਇਹ ਤਿੰਨੋਂ ਡੈਫੀਨੇਸ਼ਨਸ ਬੱਚੇ ਮੋਸਟ ਇੰਪੋਰਟੈਂਟ ਡੈਫੀਨੇਸ਼ਨਸ ਆ. ਮੋਸਟਲੀ ਕਹਿ ਲਓ 80% ਚਾਂਸਿਸ ਆ ਇਹਨਾਂ ਦੇ ਪੇਪਰ ਦੇ ਵਿੱਚ ਆਉਣ ਦੇ. ਅਗਰ ਤੁਸੀਂ ਤੁਹਾਡਾ ਥਿਓਰੈਟੀਕਲ ਪੇਪਰ ਆਉਂਦਾ ਤਾਂ ਰਾਜੇ ਉਹਦੇ ਵਿੱਚ ਵੀ ਆਉਣ ਦੇ ਚਾਂਸਿਸ ਜ਼ਿਆਦਾ ਆ. ਅਗਰ ਤੁਹਾਡਾ ਕਹਿ ਲਓ MCQs ਦੇ ਵਿੱਚ ਆਉਂਦਾ ਹੈ ਤਾਂ ਪੁੱਛ ਲਿਆ ਜਾਂਦਾ ਹੈ ਕਿ ਵਿਚ ਵਨ ਇਜ਼ ਅ ਆਈਸੋਬਾਰ. ਸੋ ਤੁਹਾਨੂੰ ਐਗਜ਼ਾਮਪਲਸ ਨੀਚੇ ਗਿਵਨ ਹੁੰਦੀਆਂ ਆ. ਸੋ ਲਾਸਟ ਵਿੱਚ ਤੁਸੀਂ ਦੱਸਣਾ ਹੁੰਦਾ ਆਈਸੋਬਾਰ ਕਿਹੜੇ ਆ ਜਾਂ ਆਈਸੋਟੋਨਸ ਦੇ ਜਿਹੜੇ ਪੇਅਰਸ ਆ ਉਹ ਕਿਹੜੇ ਆ. ਕਲੀਅਰ ਹੋ ਗਿਆ ਜੀ. ਚਲੋ ਨੈਕਸਟ ਟੌਪਿਕ ਤੇ ਚੱਲਦੇ ਹਾਂ, ਸਾਈਜ਼ ਆਫ ਨਿਊਕਲੀਅਸ. The volume of nucleus is directly proportional to the number of nucleons. ਹੁਣ ਨਿਊਕਲੀਓਨਸ ਕੀ ਆ? ਜਿਹੜਾ ਤੁਹਾਡਾ ਐਕਚੁਅਲ ਦੇ ਵਿੱਚ ਮਾਸ ਨੰਬਰ ਹੋਏਗਾ containing the nucleus, ਜਿਹੜਾ ਕਿ ਨਿਊਕਲੀਅਸ ਦੇ ਅੰਦਰ ਆ. ਹੁਣ ਬੱਚੇ ਆ ਤੁਹਾਨੂੰ ਪਤਾ ਐਟਮ ਆ, ਇਹਦਾ ਸੈਂਟਰ ਵਾਲਾ ਪੋਰਸ਼ਨ ਕੀ ਆ ਜਿਹਨੂੰ ਅਸੀਂ ਨਿਊਕਲੀਅਸ ਬੋਲ ਦਿੰਦੇ ਆ? ਦਿਸ ਇਜ਼ ਨਿਊਕਲੀਅਸ. ਸੋ ਨਿਊਕਲੀਅਸ ਦੇ ਵਿੱਚ ਕਿੰਨੇ ਨੰਬਰ ਆਫ ਨਿਊਟਰੋਨਸ ਆ? ਸੋ ਇਹਦਾ ਪਰਟੀਕੂਲਰ ਬੱਚੇ ਕੋਈ ਨਾ ਕੋਈ ਰੇਡੀਅਸ ਹੋਏਗਾ. ਸੋ ਇਫ r ਇਜ਼ ਦ ਰੇਡੀਅਸ ਆਫ ਨਿਊਕਲੀਅਸ ਹੈਵਿੰਗ ਮਾਸ ਨੰਬਰ a, ਜਿਹਦਾ ਮਾਸ ਨੰਬਰ ਕਿੰਨਾ ਆ? a ਆ. ਹੁਣ ਬੱਚੇ ਸਾਨੂੰ ਪਤਾ ਕਿ ਇਹ ਕੀ ਆ? ਇੱਕ ਸਫੇਅਰ ਆ. ਸਫੇਅਰ ਦਾ ਫਾਰਮੂਲਾ ਕੀ ਹੁੰਦਾ ਆ? 4/3 ਪਾਈ r ਕਿਊਬ. ਸੋ ਅਸੀਂ ਲਿਖ ਦਿੱਤਾ 4/3 ਪਾਈ r ਕਿਊਬ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਏਰੀਆ.
डन। सो बच्चे 4/3 पाई की है थोड़ी कॉन्सटेंट टर्म आ, सो इनू निगलैक्ट कर दो या कॉन्सटेंट दे विच शिफ्ट कर दो। सो आर क्यूब के इक्वल आ जाएगा ए दे इक्वल। सो आर क्यूब स्मॉल आर लिख लो चाहे कैपिटल आर लिख लो इज इक्वल टू डायरैक्टली प्रोपोर्शनल टू एरिया। हुण दोनों तरफ बच्चे 1/3 नाल मल्टीप्लाई कर दो, जो 1/3 दे नाल मल्टीप्लाई करांगे 3 दे नाल 3 कैंसिल, सो आर इज़ डायरैक्टली प्रोपोर्शनल टू ए रेज़ टू दी पावर 1/3। हुण डायरैक्टली प्रोपोर्शन का साइन हटा दो बच्चे, उहदी जगह ते एक कॉन्सटेंट आ जाएगा आर नॉट। आर नॉट की वैल्यू कितनी आ 1.1 इंटू 10 रेज़ टू दी पावर -15। इट इज़ द रेंज ऑफ द न्यूक्लियर फोर्सेज एंड इट इज़ ऑल्सो नोन एज न्यूक्लियर यूनिट रेडियस और इंपीरिकल कॉन्सटेंट। कई बार बच्चे 1 मार्क्स की डेफिनेशन आ जाती है एक्सप्लेन इंपीरिकल फॉर्मूला या इंपीरिकल कॉन्सटेंट। ਇਹਦਾ मतलब आर नॉट के बारे उन्होंने पूछा तो तुसी साइज ऑफ न्यूक्लियस लिख के आर नॉट निकाल के एंड तक मतलब आ पूरा एक टॉपिक जड़ा आ तुसी 1 मार्क्स के अंदर लिख के आओगे। क्लीयर हो गया। सो बच्चे ये एक पॉइंट आया न्यूक्लियर फोर्सिस। बच्चे न्यूक्लियर फोर्सिस कितने तरह दी होंदी, स्ट्रॉन्ग फोर्सिस, वीक फोर्सिस। सो दिस इज़ योर होमवर्क कि तुसी फोर्सिस बारे खुद पढ़ोगे, न्यूक्लियर फोर्सिस दी जो प्रॉपर्टीज़ आ वो तुसी खुद पढ़ोगे कि किद्दां किद्दां दी प्रॉपर्टीज़ आ, वीक फोर्सिस होंदियां आ, स्ट्रॉन्ग फोर्सिस होंदियां आ, न्यूक्लियर फोर्सिस होंदियां। सो इस जड़ियां फोर्सिस आ ये तुसी खुद पढ़ोगे। ठीक है जी। सो दिस इज़ योर होमवर्क। नैक्सट असी बहुत छोटिया छोटी डेफिनेशनस करांगे, फॉर एग्जाम्पल अटोमिक मास यूनिट। अदरवाइज बच्चे तुसी सारे जोड़े छोटे छोटे टॉपिक्स जोड़े असी हुण पढ़न जा रहे हैं ये तुसी +1 दे विच कैमिस्ट्री के अंदर कर चुके हैं। सो +2 के अंदर जस्ट थोड़ी रिविजन है। सो देख लो राजे अटोमिक मास यूनिट की आ। अटोमिक मास यूनिट इज़ डिफाइंड एज 1/12 ऑफ द मास ऑफ द कार्बन 12 एटम। अगर असी कार्बन 12 बच्चे ले लैने, अगर असी उसका 12वां हिस्सा लीए, 12वें हिस्से को असी की बोलते हैं अटोमिक मास यूनिट बोलते हैं। क्लीयर हो गया। सो असी बच्चे लिख सकते हैं 1 AMU मतलब कि 1 यूनिट इज इक्वल टू 1.66 इंटू 10⁻27 kg। सो ये पूरी एक कैलकुलेशन है। सो कैलकुलेशन तो आंसर आया बट सानू फिजिक्स के विच प्रॉपर कैलकुलेशन की जरूरत नहीं आ, सिर्फ तुसी जिहड़ा इहदा आंसर आ वो तुसी याद रखना है। क्लियर हो गया। सो बच्चे मास ऑफ अ कार्बन इज नियरली इक्वल टू 1.993 इंटू 10 टू दी पावर -26 kg। सो बच्चे ये वाली जड़ियाँ छोटिया छोटिया चीज़ां ना ये तुहानू MCQs दे विच पूछ सकते हैं। सो MCQs दे लई तुसी इनू प्रिपेयर कर सकते हैं। नैक्सट आ अटोमिक मास कैन बी करैक्टली मैजर्ड। हुण इनू किहदे नाल मैजर किया जाता है विद द मास ऑफ स्पैक्ट्रोमीटर। हुण स्पैक्ट्रोमीटर बच्चे मास स्पैक्ट्रोमीटर हुंदा है एक डिवाइस आ छोटा जिहा जिहदे नाल जिसदा असी अटोमिक मास जिहड़ा आ मैजर कर सकते हैं। बाकी बच्चे मोल एक्सैक्ट्रा जिहड़े आ तुसी कैमिस्ट्री के अंदर बहुत अच्छी तरीके नाल पढ़े होणगे। नैक्सट आ जो कंपोजिशन ऑफ न्यूक्लियस। न्यूक्लियस की कंपोजिशन जिहड़ी आ कित्थों कीती जांदी है, किद्दां कीती जांदी, असी बच्चे रदरफोर्ड एक्सपैरीमेंट एक्सैक्ट्रा जिहड़ा आ पढ़ चुके हैं। सो उहदे विच असी की पढ़िया सीगा कि कोई पॉजिटिव चार्ज आएगा और किसी न्यूक्लियस विच बहुत जोर दी टकराएगा जिहदे नाल की हो जाता है वह टुट जाता है। जिद्दां ही बच्चे वो टुटदा है उहदे विचों प्रोटोन्स इलैक्ट्रॉन्स एक्सैक्ट्रा जिहड़े आ बाहर निकलदे आ। सो उत्थों उन्हां चीज़ां तो बच्चे असीं पढ़न लगे अटोमिक नंबर प्रोटोन एंड न्यूट्रॉन इन अ न्यूक्लियस आर कलैक्टिवली नोन एज अ न्यूक्लियॉन्स। क्लीयर हो गया बच्चे। प्रोटोन एंड न्यूक्लियस जिहड़ा आ दोनों नूं मिक्स करके प्रोटोन्स और न्यूक्लियॉन्स नूं मिक्स करके असीं बोल दिंदे आ कि न्यूक्लियॉन्स बन गए। हुण आ जो अटोमिक नंबर के उपर, अटोमिक नंबर की चीज़ आ द नंबर ऑफ प्रोटोन प्रेजेंट इन अ न्यूक्लियस। न्यूक्लियस के अंदर किन्ने नंबर ऑफ प्रोटोन जिहड़े आ प्रेजेंट आ उन्हां नूं असीं की बोलदे आ इज़ नोन एज अटोमिक नंबर, जिन्हों कि असीं Z दे नाल डिनोट करते हैं। नैक्सट वन इज़ अटोमिक मास नंबर। हुण अटोमिक मास नंबर की आ बच्चे दोनों विच डिफरेंस आ। अटोमिक नंबर मतलब कि सिर्फ प्रोटोन्स बारे दसना, मास नंबर मतलब कि नंबर ऑफ प्रोटोन्स प्लस नंबर ऑफ न्यूक्लियॉन्स की गल करना। क्लीयर हो गया। सो इनू डिनोट किया जाता ए दे नाल। सो ए इज़ इक्वल टू Z + N। क्लीयर हो गया जी। सो बहुत छोटिया छोटिया डेफिनेशनस आ बच्चे, इंटरस्टिंग डेफिनेशनस आ, ध्यान ना कर लेना। नैक्सट आ प्रोटोन। प्रोटोन की हुंदा, प्रोटोन इज़ अ पॉजिटिवली चार्ज पार्टिकल ऑफ न्यूक्लियस। जो न्यूक्लियस आ की आ छोटा जिहा एक पॉजिटिव पार्ट आ। सो इहदियां प्रॉपर्टीज़ आ ये तुहाडा होमवर्क आ, तुसीं खुद पढ़ोगे क्योंकि बच्चे प्रोटोन इलैक्ट्रॉन एक्सैक्ट्रा तुसीं ऑलरेडी
ਪੜ੍ਹ ਚੁੱਕੇ ਹਾਂ। ਸੋ ਇਹਨਾਂ ਚੀਜ਼ਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਐਟਮ ਦਾ ਇੱਕ ਇੱਦਾਂ ਦਾ ਪਾਰਟ ਆ ਜਿਹਦੇ ਉੱਪਰ ਕੋਈ ਵੀ ਚਾਰਜ ਨਹੀਂ ਹੁੰਦਾ, ਸੋ ਇਹ ਨਿਊਟਰਲ ਹੈ। ਡਨ। ਸੋ ਬੱਚੇ ਇਹਦੀਆਂ ਵੀ ਪ੍ਰੋਪਰਟੀਜ਼ ਜਿਹੜੀਆਂ ਆ ਤੁਸੀਂ ਖੁਦ ਇੱਕ ਵਾਰੀ ਪੜ੍ਹੋਗੇ। ਸੋ ਇਹ 'ਚੋਂ ਬਹੁਤ ਛੋਟੀਆਂ ਛੋਟੀਆਂ ਜਿਹੀਆਂ ਬੱਚੇ ਡੈਫੀਨੇਸ਼ਨ ਸੀਗੀਆਂ ਜਿਹੜੀਆਂ ਕਿ ਆਪਣੀ ਇਸ ਚੈਪਟਰ ਦੇ ਵਿੱਚ ਆ ਰਹੀਆਂ ਆ। ਸੋ ਬੱਚੇ ਮਿਲਦੇ ਆ ਕੱਲ ਨੈਕਸਟ ਟੌਪਿਕ ਦੇ ਨਾਲ, ਜੋ ਕਿ ਮੋਸਟ ਇੰਪੋਰਟੈਂਟ ਟੌਪਿਕ ਆ। ਸੋ ਜਿੰਨਾ ਬੱਚੇ ਅੱਜ ਅਸੀਂ ਪੜ੍ਹਿਆ ਇਹਦੇ ਵਿੱਚੋਂ ਆਈਸੋਟੋਪ, ਆਈਸੋਬਾਰ, ਆਈਸੋਟੋਨਸ ਜਿਹੜੇ ਆ ਮੋਸਟ ਇੰਪੋਰਟੈਂਟ ਆ। ਤਾਂ ਬਾਕੀ ਕੁਐਸਚਨਸ ਟੌਪਿਕਸ ਜਸਟ ਇੱਕ ਵਾਰੀ ਰੀਡ ਆਊਟ ਕਰ ਲੈਣੀ, ਹੋ ਸਕਦਾ ਤੁਹਾਨੂੰ 1 ਮਾਰਕਸ ਦੇ ਵਿੱਚ ਕਿਤੇ ਪੁੱਛ ਲਏ ਜਾਣ। ਸੋ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਕਰ ਦਿਓ, ਮੈਕਸਿਮਮ ਸ਼ੇਅਰ ਕਰ ਦਿਓ। ਅਗਰ ਮੇਰੇ ਚੈਨਲ ਤੇ ਫਸਟ ਟਾਈਮ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਥੈਂਕ ਯੂ ਸੋ ਮਚ।